ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 1 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਤੁਹਾਡੇ ਸਾਹਮਣੇ ਰਮਜ਼ਾਨ ਦੇ ਬਾਰੇ ਰੱਖਣੀ। ਰੂਏ ਤੇ ਹਲਾਲ ਕਮੇਟੀ ਦਾ ਇਜਲਾਸ ਬਹਿ ਗਿਆ। ਵੱਡੇ ਵੱਡੇ ਜਿਹੜੇ ਸਾਡੇ ਮੌਲਵੀ ਸਾਹਿਬਾਨ ਨੇ ਉਹ ਬੈਠ ਗਏ ਨੇ, ਉਲਮਾ ਸਾਹਿਬਾਨ ਬੈਠ ਗਏ ਨੇ, ਨਜ਼ਰ ਦੀਆਂ ਐਨਕਾਂ ਵੀ ਲੱਗੀਆਂ ਨੇ ਤੇ ਉਹਦੇ ਵਿੱਚੋਂ ਦੀ ਉਹ ਜ਼ਾਹਿਰ ਹੈ ਵੇਖ ਰਹੇ ਨੇ ਜਿਹੜੀਆਂ ਵੀ ਦੂਰਬੀਨਾਂ ਸ਼ੂਰਬੀਨਾਂ ਹੈ ਨੇ। ਸਾਇੰਸ ਦਾ ਜਿਹੜਾ ਮਹਿਕਮਾ ਹੈ, ਮਹਿਕਮਾ ਮੌਸਮੀਆਤ ਹੋਏਗਾ ਜਾਂ ਫਲਕੀਆਤ ਹੋਏਗਾ, ਮੈਨੂੰ ਤਾਂ ਐਡਾ ਪਤਾ ਕੋਈ ਨਹੀਂ। ਉਹਨਾਂ ਮਹਿਕਮਿਆਂ ਦੀ ਜਿਹੜੀਆਂ ਵੀ ਉੱਥੇ ਸਾਇੰਸ ਐਂਡ ਟੈਕਨੋਲੋਜੀ ਦਾ ਮਹਿਕਮਾ ਹੋਏਗਾ, ਜਿਹੜਾ ਵੀ ਹੈ ਬਹਰਲ, ਉਹਨਾਂ ਮਹਿਕਮਿਆਂ ਦੀਆਂ ਜਿਹੜੀਆਂ ਦੂਰਬੀਨਾਂ ਵਗੈਰਾ ਲੱਗੀਆਂ ਨੇ, ਉਹਨਾਂ ਦੇ ਵਿੱਚ ਉਹ ਆਪਣੀਆਂ ਐਨਕਾਂ ਦੇ ਥਰੂ ਵੇਖ ਰਹੇ ਨੇ ਔਰ ਚੰਦ ਲੱਭਣ ਦੀ ਕੋਸ਼ਿਸ਼ ਕਰਨ ਡਏ ਨੇ। ਹੁਣ ਤੁਹਾਨੂੰ ਇਹ ਤਾਂ ਅਸੀਂ ਦੱਸ ਹੀ ਦਿੱਤਾ ਵੀ ਸਾਊਦੀ ਅਰਬ ਪਹਿਲਾਂ ਹੀ ਐਲਾਨ ਕਰ ਬੈਠਾ। ਸਾਊਦੀ ਅਰਬ ਜਿਹਦੇ ਕੋਲ ਰੱਬ ਨੇ ਆਪਣੇ ਮੁਕੱਦਸ ਘਰਾਂ ਦੀ ਕੁੰਜੀ ਦਿੱਤੀ ਹੋਈ ਹੈ, ਜਿੱਥੇ ਉਹ ਮੁਕੱਦਸ ਘਰ ਨੇ, ਉਹਨਾਂ ਨੇ ਆਪਣਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੋਇਆ ਔਰ ਇਹ ਐਲਾਨ ਉਹਨਾਂ ਨੇ ਕੀਤਾ ਕਿ ਉਹ ਹੁਣ ਫਲਕੀਆਤ ਦੇ ਹਿਸਾਬ ਦੇ ਨਾਲ ਰਮਜ਼ਾਨ ਤੇ ਈਦ ਦਾ ਐਲਾਨ ਕਰਨਗੇ। ਔਰ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਅਸੀਂ ਰਿਪੋਰਟ ਕੀਤੀ ਸੀ, ਉਹਨਾਂ ਨੇ ਰਮਜ਼ਾਨ ਕਿੱਦਣ ਤੋਂ ਸ਼ੁਰੂ ਹੋਣਾ ਤੇ ਈਦ ਕਦੋਂ ਹੋਣੀ ਹੈ ਉਹਦਾ ਤਕਰੀਬਨ ਪਹਿਲਾਂ ਹੀ ਐਲਾਨ ਕਰ ਛੱਡਿਆ ਸੀ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ ਫਸੇ ਖੜੇ ਹਾਂ ਉਸੇ ਜਗ੍ਹਾ ਦੇ ਉੱਤੇ। ਹਾਲਾਂਕਿ ਵੇਖੋ ਕਿ ਜਿਹੜਾ ਅਗਰ ਇਸੇ ਹਿਸਾਬ ਨਾਲ ਮੈਂ ਕੋਈ ਆਲਮੇ ਦੀਨ ਤੇ ਨਹੀਂ ਹੈ, ਜ਼ਾਹਿਰ ਹੈ ਤੇ ਫਤਵਾ ਵੀ ਨਹੀਂ ਦੇ ਸਕਦਾ। ਤੁਹਾਡੇ 'ਚੋਂ ਕਈਆਂ ਨੇ ਗੁੱਸਾ ਵੀ ਕਰ ਲੈਣਾ ਵੀ ਇਹ ਕਿਹੜੇ ਮੌਜੂ 'ਤੇ ਤੁਸੀਂ ਗੱਲ ਸ਼ੁਰੂ ਕਰ ਦਿੱਤੀ ਹੈ। ਲੇਕਿਨ ਤੁਸੀਂ ਗੌਰ ਕਰੋ ਕਿ ਜਿਹੜੀ ਅਸੀਂ ਨਮਾਜ਼ ਪੜ੍ਹਨੇ ਉਹ ਵੀ ਜਿਸ ਵੇਲੇ ਘੜੀਆਂ ਨਹੀਂ ਸੀ ਤੇ ਜ਼ਾਹਿਰ ਹੈ ਸੂਰਜ ਨੂੰ ਵੇਖ ਕੇ ਹੀ ਪੜ੍ਹਦੇ ਸਾਂ। ਜਿਵੇਂ ਹੁਣ ਚੰਦ ਨੂੰ ਵੇਖ ਕੇ ਅਸੀਂ ਰੋਜ਼ਾ ਰੱਖਨੇ ਹਾਂ ਤੇ ਚੰਦ ਨੂੰ ਵੇਖ ਕੇ ਅਸੀਂ ਈਦ ਕਰਨੇ ਹਾਂ, ਇਸੇ ਤਰੀਕੇ ਨਾਲ ਜ਼ਾਹਿਰ ਹੈ ਨਮਾਜ਼ ਵੀ ਤੇ ਅਸੀਂ ਸੂਰਜ ਦੀ ਰੋਸ਼ਨੀ ਦੇ ਹਿਸਾਬ ਨਾਲ ਕਰਦੇ ਸਾਂ। ਲੇਕਿਨ ਹੁਣ ਅਸੀਂ ਕੀ ਸੂਰਜ ਨੂੰ ਮਿਣਦੇ ਹਾਂ ਅਸਰ ਪੜ੍ਹਨ ਵਾਸਤੇ, ਜ਼ੋਰ ਪੜ੍ਹਨ ਵਾਸਤੇ, ਮਗਰਿਬ ਪੜ੍ਹਨ ਵਾਸਤੇ? ਨਹੀਂ, ਘੜੀ ਵੇਖੀ ਦੀ ਹੈ, ਸਾਨੂੰ ਟਾਈਮ ਪਤਾ ਹੈ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਅਸਰ ਦਾ ਟਾਈਮ ਹੈ, ਇੰਨੇ ਵਜੇ ਜ਼ੋਰ ਦਾ ਟਾਈਮ ਹੈ ਤੇ ਅਸੀਂ ਜਾ ਕੇ ਨਮਾਜ਼ ਪੜ੍ਹ ਲੈਂਦੇ ਹਾਂ। ਹਰ ਮਸਜਿਦ ਦੇ ਵਿੱਚ ਤੁਸੀਂ ਵੇਖੋਗੇ ਜੁਮੇ ਦੀ ਨਮਾਜ਼ ਦਾ ਵੀ ਟਾਈਮ ਲਿਖਿਆ ਹੁੰਦਾ, ਅਸਰ ਦੀ ਨਮਾਜ਼ ਦਾ ਵੀ ਟਾਈਮ ਲਿਖਿਆ ਹੁੰਦਾ, ਜ਼ੋਰ ਦੀ ਨਮਾਜ਼ ਦਾ ਵੀ ਟਾਈਮ ਲਿਖਿਆ ਹੁੰਦਾ, ਮਗਰਿਬ ਦੀ ਵੀ, ਇਸ਼ਾ ਦੀ ਵੀ, ਫਜਰ ਦੀ ਵੀ। ਮਤਲਬ ਕਹਿਣ ਦਾ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਉੱਥੇ ਲਿਖਿਆ ਵੀ ਸੂਰਜ ਇਸ ਡਿਗਰੀ 'ਤੇ ਆਏਗਾ ਤਾਂ ਫਿਰ ਨਮਾਜ਼ ਹੋਣੀ ਹੈ ਅਤੇ ਜਾਂ ਉੱਥੇ ਕੋਈ ਖੁਰਦਬੀਨ ਲਾ ਕੇ ਜਾਂ ਦੂਰਬੀਨ ਲਾ ਕੇ, ਖੁਰਦਬੀਨ ਤੇ ਨਹੀਂ, ਚਲੋ ਦੂਰਬੀਨ ਲਾ ਕੇ ਅਤੇ ਉੱਥੇ ਜਿਹੜਾ ਉਹ ਵੇਖੇਗਾ ਕਿ ਜਨਾਬ ਸੂਰਜ ਬਿਲਕੁਲ ਸਹੀ ਐਂਗਲ ਦੇ ਉੱਤੇ ਹੈ ਜਾਂ ਸਹੀ ਜਗ੍ਹਾ 'ਤੇ ਤਾਂ ਨਮਾਜ਼ ਪੜ੍ਹ ਲਈਏ। ਕਿਉਂਕਿ ਉੱਥੇ ਅਸੀਂ ਸਾਇੰਸ ਨੂੰ ਕਬੂਲ ਕਰ ਲਿਆ ਅਤੇ ਟਾਈਮ ਦੇ ਨਾਲ ਚੱਲਣ ਰਹੇ। ਹੁਣ ਇੱਥੇ ਵੀ ਸਾਇੰਸ ਨੂੰ ਕਬੂਲ ਕਰ ਲੈਣਾ ਚਾਹੀਦਾ, ਕੰਮ ਤੇ ਉਹੀ ਹੈ, ਲੇਕਿਨ ਇੱਥੇ ਅਸੀਂ ਨਹੀਂ ਕਰਦੇ। ਇੱਥੇ ਲੰਬਾ ਚੌੜਾ ਇੱਕ ਡਿਪਾਰਟਮੈਂਟ ਬਣਾਇਆ, ਉਹਨਾਂ ਦੇ ਲੰਬੇ ਚੌੜੇ ਫੰਡਸ ਨੇ ਤੇ ਉਹ ਕੰਮ ਚੱਲ ਰਿਹਾ। ਸਿਰਫ ਸਾਡੇ ਹੀ ਨਹੀਂ, ਕਈ ਹੋਰ ਮੁਲਕਾਂ 'ਚ ਵੀ ਹੈ। ਬਹਰਹਾਲ ਹੁਣ ਸਾਊਦੀ ਅਰਬ ਨੇ ਇੱਥੋਂ ਡਿਪਾਰਚਰ ਕੀਤਾ ਤੇ ਵੇਖਨੇ ਸਾਡੇ ਕਿਦੋਂ ਡਿਪਾਰਚਰ ਹੁੰਦਾ, ਲੇਕਿਨ ਮੇਰਾ ਖਿਆਲ ਹੁਣ ਹੋ ਜਾਏਗਾ। ਸਾਊਦੀ ਅਰਬ ਦਾ ਕਿਉਂਕਿ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਸਾਡਾ ਵੀ ਹੋ ਜਾਏਗਾ। ਰਾਤੀ 3 ਵਜੇ 2 ਵਜੇ ਐਲਾਨ ਕਈ ਵਾਰੀ ਕਰਦੇ ਨੇ, ਚਲੋ 2 ਵਜੇ 3 ਵਜੇ ਨਹੀਂ 12-1 ਵਜੇ ਤੇ ਕਰਦੇ ਨੇ ਕਈ ਵਾਰੀ ਕਿ ਸਵੇਰੇ ਈਦ ਹੈ। ਬੰਦੇ ਸੌਂ ਗਏ ਹੁੰਦੇ ਨੇ, ਸਵੇਰੇ ਸੌਂ ਕੇ ਕਈ ਲੇਟ ਉੱਠਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਲੋਕਾਂ ਈਦ ਵੀ ਪੜ੍ਹ ਲਈ। ਅਤੇ ਇਸੇ ਤਰੀਕੇ ਨਾਲ ਰੋਜ਼ਿਆਂ ਦਾ ਮਾਮਲਾ ਹੁੰਦਾ। ਕਈ ਵਾਰੀ ਲੋਕ ਸੌਂ ਕੇ ਉੱਠਦੇ ਨੇ ਅਤੇ ਲੋਕਾਂ ਰੋਜ਼ਾ ਰੱਖਿਆ ਹੁੰਦਾ ਅਤੇ ਇਹ ਕੰਮ ਕਈ ਵਾਰੀ ਹੋ ਚੁੱਕਿਆ। ਫਿਰ ਰੌਲਾ ਪੈ ਜਾਂਦਾ ਫਲਾਣੇ ਨੇ ਇੱਕ ਰੋਜ਼ਾ ਖਾ ਲਿਆ ਅਤੇ ਫਲਾਣੇ ਨੇ ਨਹੀਂ ਖਾਧਾ। ਇਸੇ ਤਰੀਕੇ ਨਾਲ ਫਿਰ ਬਣਦੀਆਂ ਨੇ ਜਨਾਬ ਮੀਮਸ ਬਣਦੀਆਂ ਨੇ ਅਤੇ ਜੁਗਤਾਂ ਬਣਦੀਆਂ ਨੇ ਕਿ ਜਿਹੜੇ ਵੱਡੇ ਮੌਲਵੀ ਸਾਹਿਬ ਜਿਨ੍ਹਾਂ ਐਲਾਨ ਕੀਤਾ ਰੋਜ਼ਿਆਂ ਦਾ, ਉਹਨਾਂ ਦੀ ਬੇਗਮ ਸਾਹਿਬਾ ਦਾ ਸੂਟ ਦਰਜੀ ਨੇ ਰੈਡੀ ਕੀਤਾ ਸੀ, ਨਹੀਂ ਸੀ ਕੀਤਾ, ਇਸ ਲਈ ਉਹਨਾਂ ਨੇ ਇੱਕ ਦਿਨ ਈਦ ਜਿਹੜੀ ਉਹ ਲੇਟ ਕਰ ਦਿੱਤੀ ਹੈ। ਅਤੇ ਇਸ ਤਰ੍ਹਾਂ ਦੀ ਜ਼ਾਹਿਰ ਹੈ ਉਹਦੇ 'ਚ ਹਕੀਕਤ ਕੋਈ ਨਹੀਂ ਹੁੰਦੀ, ਉਹ ਸਾਰੇ ਲਤੀਫਾ ਹੀ ਬਣਾਉਂਦੇ ਨੇ ਲੋਕ। ਲੇਕਿਨ ਇਹੋ ਜਿਹੇ ਮਾਮਲਾਤ ਹੁੰਦੇ ਨੇ। ਇਹੋ ਜਿਹਾ ਹੀ ਇੱਕ ਲਤੀਫਾ ਜਿਹੜਾ ਉਹ KP 'ਚ ਵੀ ਬਣਿਆ। ਬੰਦੇ ਦਾ ਕੰਮ ਤੇ ਨਹੀਂ ਸੀ ਲੇਕਿਨ ਉਹਨੇ ਕਰ ਛੱਡਿਆ। ਇਹ ਹੁਣ ਜਨਾਬ ANP ਦੇ ਜਿਹੜੇ ਇਸ ਵੇਲੇ ਰੂਏ ਰਵਾਨ ਨੇ, ਉਹਨਾਂ ਨੇ ਅਵਾਮੀ ਨੈਸ਼ਨਲ ਪਾਰਟੀ ਦੇ ਮਰਕਜ਼ੀ ਸਦਰ ਏਮਲ ਵਲੀ ਖਾਨ ਨੇ ਰੂਏ ਤੇ ਹਲਾਲ ਕਮੇਟੀ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਕੱਲ੍ਹ ਤੋਂ ਤੁਸੀਂ ਰੋਜ਼ਾ ਰੱਖੋ ਸਾਰੇ। ਰੂਏ ਤੇ ਹਲਾਲ ਕਮੇਟੀ ਨੇ ਜ਼ਾਹਿਰ ਆਖਿਆ ਹੋਣਾ ਵੀ ਕੱਲ੍ਹ ਰੋਜ਼ਾ ਨਹੀਂ, ਅਤੇ ਉਹਨਾਂ ਆਖਿਆ ਵੀ ਨਹੀਂ ਕੱਲ੍ਹ ਤੋਂ ਰੋਜ਼ਾ ਰੱਖੋ ਸਾਰੇ, ਅਤੇ ਉਹਨਾਂ ਨੇ ਇਹਨਾਂ ਦੇ ਫੈਸਲੇ ਮੰਨਣ ਨੂੰ ਇਨਕਾਰ ਕਰ ਦਿੱਤਾ। ਹੁਣ ਇਹ ਕੋਈ ਮੌਲਵੀ ਤਾਂ ਨਹੀਂ ਹੈਗੇ, ਲੇਕਿਨ ਜ਼ਾਹਿਰ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਸਾਊਦੀ ਅਰਬ ਦੇ ਹਿਸਾਬ ਨਾਲ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਸੁਣਾ ਦਿੱਤਾ। ਹੁਣ ਸਾਨੂੰ ਵੀ ਛੇਤੀ ਅਗਰ ਸਾਊਦੀ ਅਰਬ ਨੇ ਕੰਮ ਕਰ ਲਿਆ ਤਾਂ ਸਾਨੂੰ ਵੀ ਕਰ ਲੈਣਾ ਚਾਹੀਦਾ। ਇਸ ਤੋਂ ਪਹਿਲਾਂ ਕਿ ਹਰ ਬੰਦਾ ਆਪਣਾ ਆਪਣਾ ਰੋਜ਼ਾ ਰੱਖੇ ਅਤੇ ਆਪਣੀ ਆਪਣੀ ਈਦ ਕਰੇ। ਪਹਿਲਾਂ ਵੀ ਕਾਫੀ ਵਾਰੀ ਮੁਲਕ ਦੇ ਵਿੱਚ ਮੁਖਤਲਿਫ ਦਿਨਾਂ ਦੇ ਉੱਤੇ ਈਦ ਵੀ ਹੋਈ ਹੈ ਅਤੇ ਰੋਜ਼ਾ ਵੀ ਹੋਇਆ। ਮੈਂ ਦੋਹਰੇ ਆਖ ਦਿੰਦਾ ਵੀ ਮੇਰਾ ਇਹਦੇ 'ਤੇ ਕੋਈ ਰਾਏ ਨਹੀਂ। ਤੁਹਾਡੇ 'ਚੋਂ ਕਈਆਂ ਨੇ ਲੱਠ ਕੱਢ ਲੈਣੀ ਮੇਰੇ 'ਤੇ ਵੀ ਗਿੱਲ ਸਾਹਿਬ ਤੁਸੀਂ ਮਜ਼ਹਬੀ ਮਾਮਲੇ 'ਤੇ ਨਾ ਬੋਲੋ। ਭਾਈ ਜਿੱਦਣ ਦਿਲ ਕਰਦਾ ਉਦਣ ਈਦ ਕਰੋ, ਜਿੱਦਣ ਦਿਲ ਕਰਦਾ ਉਸ ਦਿਨ ਰੋਜ਼ਾ ਰੱਖੋ। ਮੈਂ ਤੁਹਾਡੇ ਨਾਲ ਹਾਂ, ਜੋ ਵੀ ਤੁਸੀਂ ਕਰੋਗੇ। ਬਸ ਮੈਂ ਆਨਾ ਵੀ ਜਿਹੜੇ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਮਮਾਲਕ ਨੇ ਉਹਨਾਂ ਨਾਲ ਬਹਿ ਕੇ ਇੱਕ ਵਾਰੀ ਗੱਲਬਾਤ ਤੈਅ ਕਰ ਲਓ ਅਤੇ ਸਾਰੇ ਇਕੱਠੇ ਹੀ ਕਰ ਲਓ ਇਹ ਕੰਮ। ਕੋਈ ਐਸਾ ਇਹਦੇ ਵਿੱਚ ਮਾਮਲਾ ਹੈ ਨਹੀਂ।
ਅੱਛਾ ਜੀ, ਅਗਲੀ ਖਬਰ ਤਲਤ ਹੁਸੈਨ ਸਾਹਿਬ ਦੀ ਤੁਹਾਡੇ ਸਾਹਮਣੇ ਰੱਖਨੇ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਲੇਕਿਨ ਤਲਤ ਹੁਸੈਨ ਸਾਹਿਬ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਕਾਸ਼ਿਫ ਅਬਾਸੀ ਸਾਹਿਬ ਆਫ ਏਅਰ ਹੋ ਚੁੱਕੇ ਨੇ। ਉਸ ਤੋਂ ਪਿੱਛੇ ਖਾਲਿਦ ਜਮੀਲ ਸਾਹਿਬ ਨੂੰ ਆਫ ਏਅਰ ਕਰ ਦਿੱਤਾ ਗਿਆ, ਹਬੀਬ ਅਕਰਮ ਸਾਹਿਬ ਨੂੰ ਕਰ ਦਿੱਤਾ ਗਿਆ, ਇਹ ਤਾਂ ਤੁਹਾਨੂੰ ਦੱਸਿਆ ਹੀ ਸੀ। ਹੁਣ ਤੁਹਾਨੂੰ ਇਹ ਦੱਸਦੇ ਹਾਂ ਵੀ ਅਕਬਰ ਬਾਜਵਾ ਸਾਹਿਬ ਨੂੰ ਵੀ ਆਫ ਏਅਰ ਕਰ ਦਿੱਤਾ ਹੈ ਅਤੇ ਪਾਰਸ ਜਹਾਂਜ਼ੇਬ ਸਾਹਿਬਾਂ ਨੂੰ ਵੀ ਆਫ ਏਅਰ ਕਰ ਦਿੱਤਾ ਹੈ। ਹੁਣ ਜ਼ਰਾ ਇਹ ਦਰਜਨਾਂ ਦੇ ਵਿੱਚ ਨੰਬਰ ਤਕਰੀਬਨ ਪਹੁੰਚਦੇ ਜਾ ਰਹੇ ਨੇ। ਹੁਣ ਇਹ ਉਹ ਸਾਫੀ ਨੇ ਜਿਨ੍ਹਾਂ ਨੂੰ, ਜਿਹੜੇ ਐਡੀ ਕੋਈ ਬਹੁਤ, ਤੁਸੀਂ ਇਹ ਕਹਿ ਲਓ ਕਿ ਮੈਂ ਇਹ ਨਹੀਂ ਆਂਦਾ ਕਿ ਉਹ ਤਨਕੀਦ ਨਹੀਂ ਸੀ ਕਰਦੇ, ਲੇਕਿਨ ਬੜਾ ਬਚ ਬਚਾ ਕੇ ਤਨਕੀਦ ਕਰਦੇ ਸਨ। ਇਹ ਵੀ ਅਗਰ ਬਰਦਾਸ਼ਤ ਨਹੀਂ ਤਾਂ ਫਿਰ ਮੇਰਾ ਮਤਲਬ ਹੈ ਕਿ ਟੈਲੀਵਿਜ਼ਨਾਂ ਦੇ ਉੱਤੇ ਕੱਪੜਾ ਹੀ ਚਾੜ ਦੇਣ ਲੋਕ, ਮੇਰਾ ਖਿਆਲ ਇਹੀ ਹੋ ਸਕਦਾ ਹੈ। ਖੈਰ, ਇਹਨਾਂ ਨੂੰ ਹੁਣ ਆਫਰ ਕਰ ਦਿੱਤਾ ਗਿਆ ਅਤੇ ਤਲਤ ਹੁਸੈਨ ਨੇ ਵੀ ਵਿੱਚ ਇੱਕ ਬਾਰੀਕ ਵਾਰਦਾਤ ਪਾਈ। ਤਲਤ ਹੁਸੈਨ ਨੇ ਇੱਕ ਟਵੀਟ ਕੀਤਾ ਕਿ ਮੈਂ ਜ਼ਾਤੀ ਵਜੂਹਾਤ ਦੀ ਵਜ੍ਹਾ ਤੋਂ ਫਿਲਹਾਲ ਆਪਣਾ ਸ਼ੋਅ ਨਹੀਂ ਕਰ ਸਕਾਂਗਾ ਔਰ ਅਗਲਾ ਕਾਫੀ ਅਰਸਾ ਨਹੀਂ ਕਰ ਸਕਾਂਗਾ। ਸ਼ਾਇਰ ਲੋਕਾਂ ਨੂੰ ਵਹਿਮ ਪਾਉਣਾ ਚਾਹੁੰਦਾ ਸੀ ਵੀ ਸ਼ਾਇਦ ਮੇਰਾ ਵੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ। ਸਮਝਦੇ ਹੋ ਨਾ, ਮੀਨ ਤਲਤ ਹੁਸੈਨ ਸਾਹਿਬ ਦਾ ਵੀ। ਸ਼ਾਇਰ ਕੁਝ ਕਹਿਣਾ ਵੀ ਨਹੀਂ ਸੀ ਚਾਹੁੰਦਾ ਅਤੇ ਸ਼ੱਕ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਵੀ ਲੋਕਾਂ ਨੂੰ ਸ਼ੱਕ ਪੈ ਜਾਏ ਕਿ ਤਲਤ ਹੁਸੈਨ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਸ਼ਾਇਦ, ਜਾਂ ਉਹਨਾਂ ਦਾ ਸ਼ੋਅ ਵੀ ਕਿਸੇ ਨੇ ਬੰਦ ਕਰ ਦਿੱਤਾ, ਇਸ ਲਈ ਉਹ ਵੀ ਚੁੱਪ ਕਰਕੇ ਘਰ ਬਹਿ ਗਏ ਨੇ। ਬਹਰਹਾਲ ਬੰਦੇ ਤੁਹਾਨੂੰ ਪਤਾ ਬੜੇ ਬੜੇ ਖਤਰਨਾਕ ਨੇ। ਆਮਿਰ ਮਤੀਨ ਸਾਹਿਬ, ਆਮਿਰ ਮਤੀਨ ਮੈਂ ਕਹਿ ਤਾ, ਤਾਰਕ ਮਤੀਨ ਸਾਹਿਬ, ਉਹ ਵੀ ਬੜੇ ਖਤਰਨਾਕ ਨੇ। ਉਹਨਾਂ ਨੇ ਫਿਰ ਸਮਾਂ TV ਤੋਂ ਪਤਾ ਕੀਤਾ ਅਤੇ ਉਹਨਾਂ ਆਖਿਆ ਵੀ ਤਲਤ ਹੁਸੈਨ ਸਾਹਿਬ ਦਾ ਗਲਾ ਬੜਾ ਖਰਾਬ ਹੈ ਅਤੇ ਇਸ ਵਜ੍ਹਾ ਤੋਂ ਉਹਨਾਂ ਨੇ ਛੁੱਟੀਆਂ ਲਈਆਂ ਨੇ, ਅਤੇ ਗਲਾ ਕਿਉਂਕਿ ਕੁਛ ਜ਼ਿਆਦਾ ਖਰਾਬ ਹੈ, ਨਾ ਉਹ ਵੀਲਾਗ ਕਰ ਸਕਦੇ ਨੇ ਨਾ ਪ੍ਰੋਗਰਾਮ ਕਰ ਸਕਦੇ ਨੇ। ਉਹਨਾਂ ਦਾ ਪ੍ਰੋਗਰਾਮ ਕਿਸੇ ਨੇ ਬੰਦ ਨਹੀਂ ਕੀਤਾ। ਵੈਸੇ ਕਰਨਾ ਵੀ ਕਿਉਂ ਹੈ, ਉਹ ਤਾਂ ਇਸ ਵੇਲੇ ਚੀਫ ਟਾਊਟ ਨੇ ਜੋ ਕੁਝ ਕਰ ਰਹੇ ਨੇ, ਅਤੇ ਉਹਨਾਂ ਦਾ ਪ੍ਰੋਗਰਾਮ ਕਿਸੇ ਨੇ ਬੰਦ ਕਰਕੇ ਕੀ ਕਰਨਾ, ਉਹਦੇ ਵਿੱਚੋਂ ਕੀ ਕੱਢਣਾ। ਬਹਰਹਾਲ ਤਲਤ ਹੁਸੈਨ ਸਾਹਿਬ ਨੇ ਜਿਹੜਾ ਉਹ ਇੱਕ ਗੁਗਲੀ ਜੀ ਕਰਾਈ ਸੀ ਅਤੇ ਇਹਦਾ ਫਾਇਦਾ ਚੁੱਕਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਰਾਣਾ ਸਨਾਉਲਾ ਸਾਹਿਬ ਦਾ ਬਿਆਨ ਹੈ। ਉਹਨਾਂ ਨੇ ਆਖਿਆ ਹੈ ਵੀ ਵਫਾਕੀ ਹਕੂਮਤ ਨੇ ਅਪੋਜੀਸ਼ਨ ਦੀ ਕਾਨਫਰੰਸ ਰੋਕਣ ਦਾ ਫੈਸਲਾ ਨਹੀਂ ਕੀਤਾ। ਫਿਰ ਕਿਹਨੇ ਕੀਤਾ? ਉਹਨਾਂ ਨਾਂ ਨਹੀਂ ਲਿਆ, ਪਰ ਇਸ਼ਾਰਾ ਉਹਨਾਂ ਦਾ ਚੌਰੀ ਨਿਜ਼ਾਮਦੀਨ ਨਾਲ ਹੈ। ਉਹਨਾਂ ਕਿਹਾ ਜੀ ਅਪੋਜੀਸ਼ਨ ਵਾਲੇ ਜਾ ਕੇ ਪੁੱਛਣ ਜਿਹਨੇ ਫੈਸਲਾ ਕੀਤਾ, ਅਸੀਂ ਤਾਂ ਨਹੀਂ ਕੀਤਾ, ਅਸੀਂ ਤਾਂ ਤਾਲੇ ਨਹੀਂ ਲਵਾਏ ਹੋਟਲ ਨੂੰ, ਅਸੀਂ ਕਿਉਂ ਲਵਾਵਾਂਗੇ। ਉਹਨਾਂ ਕਿਹਾ ਗੰਦਾ ਕੰਮ ਹੈ, ਅਸੀਂ ਨਹੀਂ ਕਰਨਾ ਚਾਹੁੰਦੇ। ਉਹਨਾਂ ਜਿਹਨੇ ਕੀਤਾ ਉਹਦੇ ਕੋਲੋਂ ਜਾ ਕੇ ਪੁੱਛਣ। ਮਤਲਬ ਕਿ ਰਾਣਾ ਸਾਹਿਬ ਨੇ ਇਹ ਕੰਮ ਵੀ ਚੌਰੀ ਨਿਜ਼ਾਮਦੀਨ 'ਤੇ ਪਾ ਦਿੱਤਾ ਹੈ। ਲੇਕਿਨ ਜਿਸ ਵੇਲੇ DG ISPR ਸਾਹਿਬ ਨੂੰ ਪੁੱਛੋ ਤਾਂ ਉਹ ਆਉਂਦੇ ਨੇ ਸਾਡਾ ਸਿਆਸਤ 'ਚ ਕੋਈ ਲੈਣ ਦੇਣੀ ਨਹੀਂ। ਹੁਣ ਰਾਣਾ ਸਨਾਉਲਾ ਸਾਹਿਬ ਆਉਂਦੇ ਨੇ ਵੀ ਇਹ ਹੋਟਲ ਉਹਨਾਂ ਨੇ ਬੰਦ ਕਰਵਾਇਆ। ਹੁਣ ਜਾਂ ਰਾਣਾ ਸਨਾਉਲਾ ਸੱਚੇ ਨੇ ਅਤੇ ਜਾਂ DG ISPR ਸੱਚੇ ਨੇ। ਲੇਕਿਨ ਇਸ ਖਬਰ ਤੋਂ ਤਾਂ ਇਹੀ ਹੈ ਕਿ ਰਾਣਾ ਸਨਾਉਲਾ ਨੇ DG ISPR ਨੂੰ ਝੂਠਾ ਸਾਬਤ ਕਰ ਦਿੱਤਾ ਹੈ ਅਤੇ ਉਹ ਜਿਹੜਾ ਆਉਂਦੇ ਨੇ ਕਿ ਸਾਡਾ ਸਿਆਸਤ 'ਚ ਕੋਈ ਲੈਣ ਦੇਣ ਨਹੀਂ। ਵਾਜ਼ੇ ਹੋ ਗਿਆ ਵੀ ਸਿਆਸਤ ਦੇ ਵਿੱਚ ਇਹਨਾਂ ਦਾ ਹੀ ਲੈਣ ਦੇਣ ਹੈ, ਕਿਸੇ ਹੋਰ ਦਾ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਆਈਨੀ ਬੈਂਚ ਦੇ ਵਿੱਚ 5 ਨਵੇਂ ਜੱਜਸ ਜਿਹੜੇ ਨੇ ਉਹ ਐਡ ਕਰ ਦਿੱਤੇ ਗਏ ਨੇ ਔਰ ਉਹਦੇ ਵਿੱਚ ਦੁਨੀਆ ਦੇ ਜਿਹੜੇ ਤਾਰੀਖ ਦੇ ਅਜ਼ੀਮ ਤਰੀਨ ਮੁਨਸਫ ਨੇ ਔਰ ਅਜ਼ੀਮ ਤਰੀਨ ਜੱਜ ਨੇ ਜਸਟਿਸ ਆਮਿਰ ਫਾਰੂਕ ਸਾਹਿਬ, ਉਹਨਾਂ ਨੂੰ ਵੀ ਪਾ ਦਿੱਤਾ ਗਿਆ। ਦੱਸੋ ਉਹਨਾਂ ਤੋਂ ਬਗੈਰ ਮੈਨੂੰ ਆਪ ਤੁਸੀਂ ਦੱਸੋ ਵੀ ਚੌਧਰੀ ਸਾਹਿਬ ਕਿਸ ਤਰ੍ਹਾਂ ਆਈਨੀ ਬੈਂਚ ਨੂੰ ਚੱਲਣ ਦਿੰਦੇ। ਆਮਿਰ ਫਾਰੂਕ ਸਾਹਿਬ ਦੀਆਂ ਜਿਹੜੀਆਂ ਖਿਦਮਾਤ ਨੇ ਉਸ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਅਸੀਂ ਨਾ ਪਾਇਆ ਆਈਨੀ ਬੈਂਚ ਦੇ ਵਿੱਚ ਤਾਂ ਦੱਸੋ ਫਿਰ ਉਹ ਕਿਹਨੂੰ ਪਾਵਾਂਗੇ। ਅੱਛਾ ਜੀ, ਅਗਲੀ ਖਬਰ ਬੜੀ ਜ਼ਬਰਦਸਤ ਹੈ, ਉਹ ਸੁਣੋਗੇ ਤਾਂ ਤੁਹਾਡਾ ਹਾਸਾ ਨਿਕਲ ਜਾਏਗਾ। ਡੰਟੋਨਕ ਸਾਹਿਬ ਨੇ ਅੱਜ ਐਲਾਨ ਕੀਤਾ ਹੈ ਕਿ ਜਿਹੜੇ ਉਜ਼ਬਕ ਸਦਰ ਨੇ ਨਾ, ਉਹਨਾਂ ਨੇ ਸੋਹਣੀ ਮਹੀਵਾਲ ਦਾ ਜ਼ਿਕਰ ਕੀਤਾ ਹੈ। ਅੱਛਾ, ਜਿਸ ਵੇਲੇ ਇਹ ਗੱਲ ਉਹਨਾਂ ਬਿਆਨ ਦਿੱਤੀ ਨਾ ਤੇ ਮੈਂ ਸੋਚਿਆ ਵੀ ਹੋ ਸਕਦਾ ਉਹ ਪੁੱਛਦੇ ਹੋਣ ਵੀ ਬਈ ਸੋਹਣੀ ਮਹੀਵਾਲ ਕਿੱਥੇ ਨੇ, ਉਹਨਾਂ ਦਾ ਮਕਬਰਾ ਕਿੱਥੇ, ਉਹਨਾਂ ਦੀ ਗੱਲ ਸੁਣਾਓ, ਉਹਨਾਂ ਦੀ ਕੋਈ ਹਿਸਟਰੀ, ਉਹਨਾਂ ਦੀ ਕੋਈ ਗੱਲਬਾਤ। ਉਹ ਅੱਗੋਂ ਜਿਹੜੀ ਡੰਟੋਨਕ ਨੇ ਗੱਲ ਕੀਤੀ ਉਹਦੇ ਨਾਲ ਹਾਸਾ ਨਿਕਲ ਗਿਆ। ਉਹਨਾਂ ਕਿਹਾ ਉਜ਼ਬਕ ਸਦਰ ਨੇ ਦੱਸਿਆ ਵੀ ਮਹੀਵਾਲ ਜਿਹੜਾ ਨਾ ਉਹ ਉਜ਼ਬਕਿਸਤਾਨ ਦਾ ਸੀ। ਬੱਲੇ ਬਈ ਸ਼ੇਰ ਬੱਗਿਓ, ਕਮਾਲ ਹੀ ਕਰ ਗਏ ਹੋ। ਇਹ ਸਾਨੂੰ ਤਾਂ ਇਹੀ ਪਤਾ ਸੀ ਵੀ ਦਰਿਆ ਦੇ ਇੱਕ ਪਾਸੇ ਸੋਹਣੀ ਸੀ ਅਤੇ ਦੂਜੇ ਪਾਸੇ ਮਹੀਵਾਲ ਸੀ, ਅਤੇ ਕੱਚੇ ਘੜੇ 'ਤੇ ਬਹਿ ਕੇ ਸੋਹਣੀ ਜਿਹੜੀ ਹੈ ਉਹ ਮਹੀਵਾਲ ਨੂੰ ਮਿਲਣ ਚਲੀ ਗਈ ਸੀ। ਉਹਦੀ ਵਜ੍ਹਾ ਸ਼ਾਇਦ ਇਹ ਸੀ ਵੀ ਮਹੀਵਾਲ ਨੂੰ ਇੱਕ ਤਾਂ ਮੈਨੂੰ ਲੱਗਦਾ ਵੀ ਤਰਨਾ ਨਹੀਂ ਸੀ ਆਉਂਦਾ ਪਾਣੀ 'ਚ, ਜਾਂ ਹੋ ਸਕਦਾ ਨਹਾਉਂਦਾ ਛਾਉਂਦਾ ਘੱਟ ਹੋਵੇ, ਮੇਰਾ ਮਤਲਬ ਉਹਨੂੰ ਪਾਣੀ ਦੇ ਵਿੱਚੋਂ ਡਰ ਵੀ ਲੱਗਦਾ ਹੋਵੇ। ਬਾਕੀ ਤਾਂ ਤੁਸੀਂ ਅਜੇ ਤੱਕ ਇਹੀ ਸੁਣਿਆ ਵੀ ਜ਼ਨਾਨੀਆਂ ਤਾਂ ਇਹੋ ਜਿਹੇ ਕਸ਼ਟ ਨਹੀਂ ਕੱਟਦੀਆਂ, ਬੰਦੇ ਹੀ ਮੁਸ਼ਕਿਲ 'ਚੋਂ ਗੁਜ਼ਰ ਕੇ ਔਰਤ ਦੇ ਕੋਲ ਜਾਂਦੇ ਨੇ। ਪਰ ਇਹ ਮਹੀਵਾਲ ਵੀ ਕੋਈ ਅਜੀਬ ਹੀ ਕਿਸਮ ਦਾ ਬੰਦਾ ਸੀ, ਮੈਂ ਹਿਸਾਬ ਲਾਇਆ। ਅਤੇ ਜਾਂ ਤਾਂ ਉਹਨੂੰ ਪਾਣੀ ਤੋਂ ਡਰ ਲੱਗਦਾ ਸੀ ਜਾਂ ਨਹਾਉਣ ਤੋਂ ਡਰ ਲੱਗਦਾ ਸੀ। ਅਤੇ ਮੇਰਾ ਖਿਆਲ ਹੈ ਕਿ ਉਹਨੇ ਕਿਹਾ ਵੀ ਮੈਨੂੰ ਲੱਗਦਾ ਪਾਲਾ ਬੀਬੀ, ਅਤੇ ਮੀਰ ਆਲਮ ਹੀ ਲੱਗਦਾ ਸੀ ਕੋਈ ਮੈਨੂੰ ਮਹੀਵਾਲ ਵੀ, ਜਿਹੜਾ ਪਾਣੀ 'ਚ ਨਹੀਂ ਸੀ ਉਤਰਦਾ ਜਿਹੜਾ। ਅਤੇ ਉਹਨੇ ਇਹ ਕੰਮ ਵਿਚਾਰੀ ਸੋਹਣੀ ਨੂੰ ਹੀ ਦੇ ਦਿੱਤਾ ਅਤੇ ਉਹ ਡੁੱਬ ਕੇ ਮਰ ਗਈ। ਅਤੇ ਚਲੋ ਉਹ ਡੁੱਬ ਕੇ ਤਾਂ ਮਰ ਗਈ, ਲੇਕਿਨ ਇਹ ਜਿਹੜੇ ਬੱਚੇ ਨੇ ਅੱਗੋਂ, ਮੈਂ ਕੋਈ ਸੋਹਣੀ ਦੇ ਬੱਚੇ ਨਹੀਂ ਆਖਣ ਡਿਆ, ਜ਼ਾਹਿਰ ਹੈ ਉਹ ਤਾਂ ਹੁਣ ਸੋਹਣੀ ਦਾ ਅਗਰ ਹਿਸਾਬ ਲਾਈਏ ਤਾਂ ਉਹ ਕੋਈ ਮੇਰਾ ਮਤਲਬ ਨਾਨੀ ਪੜਨਾਨੀ ਪਤਾ ਨਹੀਂ ਕਿਹੜੀ ਕਿਦੋਂ ਦੀ ਵਿਚਾਰੀ ਮਰ ਗਈ ਹੈ, ਅਤੇ ਉਹ ਤਾਂ ਹੁਣ ਬਜ਼ੁਰਗ ਹੀ ਹੋਏਗੀ ਨਾ। ਅਤੇ ਉਸ ਹਿਸਾਬ ਨਾਲ ਤਾਂ ਡੰਟੋਨਕ ਸਾਹਿਬ ਬੱਚੇ ਹੀ ਹੋਏ ਨਾ, ਅਸੀਂ ਸਾਰੇ ਹੀ ਬੱਚੇ ਹੋਏ ਸੋਹਣੀ ਦੇ, ਅਸੀਂ ਸਾਰੇ ਹੀ ਅੱਗੋਂ ਜਿਹੜੇ ਨੇ ਉਹ ਪੂਰੀ ਕੌਮ ਹੀ ਬੱਚੇ ਹੀ ਹੋਏ ਨਾ ਉਸ ਹਿਸਾਬ ਨਾਲ। ਅਤੇ ਲੇਕਿਨ ਹੁਣ ਜਿਹੜੇ ਡੰਟੋਨਕ ਸਾਹਿਬ ਨੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਉਹ ਅਖੀਰ ਹੀ ਕਰ ਦਿੱਤੀ ਹੈ। ਉਹਨਾਂ ਕਿਹਾ ਵੀ ਉਜ਼ਬਕਿਸਤਾਨ ਵਾਲਿਆਂ ਨੇ ਕਿਹਾ ਵੀ ਮਹੀਵਾਲ ਸਾਡਾ ਸੀ, ਅਤੇ ਜਨਾਬ ਫਿਰ ਮਿਰਜ਼ਾ ਵੀ ਤੁਸੀਂ ਲਵੋ
ਤੇ ਇਹ ਰਾਂਝਾ ਵੀ ਤੁਸੀਂ ਲਵੋ, ਫਿਰ ਇਹ ਸਾਡੇ ਗੱਲ ਕਿਉਂ ਪਾਏ ਜੇ? ਇਹ ਉਜ਼ਬਕਿਸਤਾਨ ਵਾਲੇ ਹੀ ਲੈ ਲਓ ਮੇਰਾ ਖਿਆਲ ਸਾਰੇ ਥੋਕ ਦੇ ਵਿੱਚ। ਇਹ ਸਾਰੇ ਉਹਨਾਂ ਦੇ ਬਾਅਦ ਕੁੜੀਆਂ ਸਾਡੀਆਂ ਪਾ ਦਿਓ ਤੇ ਮੁੰਡੇ ਉਜ਼ਬਕਿਸਤਾਨ ਦੇ ਪਾ ਦਿਓ। ਇਹ ਕੰਮ ਚੰਗਾ ਹੈ। ਮਤਲਬ ਮਹੀਂਵਾਲ ਤੁਹਾਡਾ ਤੇ ਸੋਹਣੀ ਸਾਡੀ, ਵੀ ਉਹ ਵੀ ਤੁਸੀਂ ਆਪਣੇ ਕੋਲ ਹੀ ਰੱਖੋ। ਫਿਰ ਇਹ ਦੱਸੋ ਵੀ ਸਾਡੀ ਜਿਹੜੀ ਤੁਸੀਂ ਇੱਕ ਕਹਾਣੀ ਹੈ ਉਹ ਤੁਸੀਂ ਆਪਣੇ ਖਾਤੇ 'ਚ ਪਾ ਲਈ ਹੈ। ਸ਼ੁਕਰ ਹੈ ਵੀ ਇਹ ਲੈਲਾ ਮਜਨੂ ਜਿਹੜੀ ਹੈ ਇਹ ਵੀ ਨਹੀਂ ਕਿਤੇ ਉਹਨਾਂ ਨੇ ਉਜ਼ਬਕਿਸਤਾਨ ਨੇ ਆਪਣੇ ਗੱਲ ਪਾ ਲਈ। ਉਹ ਤਾਂ ਤੁਹਾਨੂੰ ਪਤਾ ਕਿ ਅਰਬ ਤੋਂ ਹੈ ਸ਼ਾਇਦ। ਤੇ ਇਸੇ ਤਰ੍ਹਾਂ ਰੋਮੀਓ ਜੂਲੀਅਟ ਉਹ ਵੀ ਕਿਤੇ ਆਪਣੇ ਖਾਤੇ 'ਚ ਨਹੀਂ ਉਹਨਾਂ ਨੇ ਪਾ ਲਿਆ ਕੰਮ। ਲੇਕਿਨ ਬਹਰਹਾਲ ਸਾਡਾ ਮਹੀਂਵਾਲ ਉਹ ਚੁੱਕ ਕੇ ਲੈ ਗਏ ਨੇ। ਵੈਸੇ ਠੀਕ ਹੈ, ਉਜ਼ਬਕਿਸਤਾਨ ਵਾਲੇ ਹੀ ਲੈ ਗਏ ਨੇ ਮਹੀਂਵਾਲ ਨੂੰ, ਠੀਕ ਹੈ। ਮਹੀਂਵਾਲ ਨੂੰ ਇੱਥੇ ਰੱਖ ਕੇ ਵੀ ਅਸੀਂ ਕੀ ਕਰਨਾ? ਹਾਲਾਂਕਿ ਨਾਂ ਤੋਂ ਬੜਾ ਸਿੱਧਾ ਕੰਮ ਹੈ ਕਿ ਮਹੀਂਵਾਲ ਜਿਹੜਾ ਹੈ ਉਹ ਕਿਤੇ ਇੱਥੋਂ ਦਾ ਹੀ ਹੋਣਾ ਹੈ, ਪੰਜਾਬ ਦਾ ਹੀ ਕੋਈ ਜਵਾਨ ਹੋਣਾ, ਅਤੇ ਨਾਂ ਤੋਂ ਤਾਂ ਬੜਾ ਵਾਜ਼ੇ ਪੰਜਾਬੀ ਲੱਗਦਾ। ਲੇਕਿਨ ਹੋ ਸਕਦਾ ਹੈ ਇਹਨਾਂ ਦੇ 37ਵੀਂ ਸੌ ਨੇ ਉਜ਼ਬਕਿਸਤਾਨ ਦੇ ਵਿੱਚ। ਇਹਨਾਂ ਦੇ ਜਿਹੜੇ ਮਾਮਲਾਤ ਚੱਲਣ ਡਏ ਨੇ, ਹੁਣ ਪਤਾ ਨਹੀਂ ਕਿਹੜੀ ਸੋਹਣੀ ਨੂੰ ਉੱਥੇ ਮਿਲ ਕੇ ਆਉਂਦੇ ਨੇ, ਅਤੇ ਉਹਦਾ ਕਿਹੜਾ ਮਹੀਂਵਾਲ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੈ। ਮਤਲਬ ਮੇਰੀ ਗੱਲ ਸਮਝ ਤੋਂ ਬਾਹਰ ਹੈ ਜਿਹੜੀ ਇਹਨਾਂ ਨੇ ਗੱਲ ਕੀਤੀ। ਲੇਕਿਨ ਚਲੋ ਹੁਣ ਕਰ ਗਏ ਨੇ ਤਾਂ ਠੀਕ ਹੈ, ਕੀ ਆਖੀਏ। ਅੱਛਾ ਜੀ, ਸਦਰ ਟਰੰਪ ਦਾ ਅੱਜ ਇੱਕ ਟਾਕਰਾ ਹੋਇਆ ਯੂਕਰੇਨ ਦੇ ਸਦਰ ਜ਼ੈਲੈਂਸਕੀ ਦੇ ਨਾਲ। ਟਾਕਰਾ ਬੜਾ ਭੈੜਾ ਹੋਇਆ। ਸਦਰ ਟਰੰਪ ਚਾਹੁੰਦਾ ਸੀ ਵੀ ਉਹ ਡੀਲ ਕਰ ਲੈ, ਇੱਕ ਤਾਂ ਜੰਗ ਬੰਦ ਹੋ ਜਾਏ ਅਤੇ ਦੂਜਾ 500 ਅਰਬ ਡਾਲਰ ਦੇਵੇ ਉੱਥੋਂ ਦੀ ਮਾਦਨੀਆਤ। ਉਹਦਾ ਦਾ ਲੱਗਾ ਹੈ, ਤੁਹਾਨੂੰ ਪਤਾ ਵੀ ਉਹ ਆਂਦਾ ਵੀ ਜੰਗ ਲੱਗੀ ਰਹੇ ਅਤੇ ਮੈਨੂੰ ਵੀ ਰੁਪਈਏ ਲੱਭਦੇ ਰਹਿਣ ਅਤੇ ਜੰਗ ਲੜਦੇ ਰਹੀਏ। ਸਾਡੇ ਨਿਜ਼ਾਮਦੀਨ ਸਾਹਿਬ ਦਾ ਵੀ ਦਾ ਲੱਗਾ ਹੈ। ਅਸੀਂ ਵੀ ਕੋਈ 800-900 ਮਿਲੀਅਨ ਡਾਲਰ ਕਮਾਇਆ ਹੈ ਯੂਕਰੇਨ ਨੂੰ ਹਥਿਆਰ ਦੇ ਕੇ। ਅਤੇ ਹੁਣ ਮੇਰਾ ਖਿਆਲ ਸਦਰ ਟਰੰਪ ਦੀ ਢਾਕ 'ਤੇ ਨੇ ਜਿਨ੍ਹਾਂ ਨੇ ਪੈਸੇ ਕਮਾਏ ਨੇ। ਮੈਨੂੰ ਲੱਗਦਾ ਸਾਡੇ ਨਿਜ਼ਾਮਦੀਨ ਦੀ ਵਾਰੀ ਆ ਜਾਣੀ, ਅੱਜ ਨਹੀਂ ਤੇ ਕੱਲ੍ਹ। ਬਹਰਹਾਲ ਜਿਹੜਾ ਯੂਕਰੇਨ ਦਾ ਸਦਰ ਜ਼ੈਲੈਂਸਕੀ ਸੀ ਉਹ ਵਾਈਟ ਹਾਊਸ ਗਿਆ ਸੀ, ਉੱਥੇ ਉਹਦਾ ਲੰਚ ਵੀ ਆਇਆ ਸੀ। ਲੇਕਿਨ ਉੱਥੇ ਕੰਮ ਪਹਿਲਾਂ ਖਰਾਬ ਹੋ ਗਿਆ। ਜ਼ੈਲੈਂਸਕੀ ਸਾਹਿਬ ਨੂੰ ਪਹਿਲਾਂ ਹੀ ਫਾਰਿਗ ਕਰ ਦਿੱਤਾ ਸਦਰ ਟਰੰਪ ਨੇ। ਉਹਨਾਂ ਕਿਹਾ ਵੀ ਇੱਥੋਂ ਨਿਕਲ ਜਾ। ਵਾਕਈ ਤੁਹਾਨੂੰ ਲੱਗ ਰਿਹਾ ਮਜ਼ਾਕ ਕਰ ਰਿਹਾ? ਉਹਨਾਂ ਕਿਹਾ ਇੱਥੋਂ ਨਿਕਲ ਜਾ। ਉਹ ਜਿਸ ਵੇਲੇ ਗੱਲਬਾਤ ਹੋ ਰਹੀ ਸੀ ਮੀਡੀਆ ਦੇ ਸਾਹਮਣੇ, ਉੱਥੇ ਹੀ ਤੂੰ ਮੈਂ ਹੋ ਗਈ ਅਤੇ ਕੰਮ ਗਰਮ ਹੋ ਗਿਆ। ਮੀਡੀਆ ਨੂੰ ਤਾਂ ਫਿਰ ਬਾਹਰ ਕੱਲ ਛੱਡਿਆ। ਅਤੇ ਉਹ ਜਿਹੜਾ ਲੰਚ ਵੰਚ ਬਣਿਆ ਸੀ ਉਹ ਬਾਅਦ 'ਚ ਸਹਾਫੀਆਂ ਨੇ ਹੀ ਖਾਧਾ, ਜਾਂ ਜਿਹੜਾ ਪ੍ਰੈਸ ਦਾ ਡਿਪਾਰਟਮੈਂਟ ਸੀ ਉਹਨਾਂ ਨੇ ਖਾਧਾ। ਅਤੇ ਜ਼ੈਲੈਂਸਕੀ ਸਾਹਿਬ ਨੂੰ ਉਹਨਾਂ ਨੇ ਆਖਿਆ ਵੀ ਤੂੰ ਇੱਥੋਂ ਚਲਾ ਜਾ, ਜਦੋਂ ਬੰਦੇ ਦਾ ਪੁੱਤਰ ਬਣੇਗਾ, ਜੰਗ ਡੱਕਣਾ ਚਾਹੇਗਾ, ਉਸ ਵੇਲੇ ਆ ਜੀ, ਤੇਰੇ ਨਾਲ ਉਸ ਵੇਲੇ ਗੱਲ ਕਰਾਂਗੇ। ਇਹ ਉੱਥੋਂ ਦਾ ਅੱਜ ਇੱਕ ਵੱਡਾ ਕੰਮ ਹੋਇਆ। ਪੂਰੀ ਦੁਨੀਆ ਪਰੇਸ਼ਾਨ ਹੈ। ਅਮਰੀਕਾ ਹੁਣ ਦੋ ਹਿੱਸਿਆਂ 'ਚ ਵਟਿਆ। ਕੁਝ ਆਉਂਦੇ ਨੇ ਵੀ ਸਦਰ ਟਰੰਪ ਨੇ ਠੀਕ ਕੀਤਾ ਹੈ, ਅਤੇ ਜ਼ੈਲੈਂਸਕੀ ਨੂੰ ਆਉਂਦੇ ਨੇ ਉਹ ਮਾਫੀ ਮੰਗੇ, ਉਹਨੇ ਬਦਤਮੀਜ਼ੀ ਕੀਤੀ ਹੈ। ਕੁਝ ਆਉਂਦੇ ਨੇ ਕਿ ਸਦਰ ਟਰੰਪ ਨੇ ਜ਼ੈਲੈਂਸਕੀ ਦੇ ਨਾਲ ਧੱਕਾ ਕੀਤਾ। ਬਹਰਹਾਲ ਇਹ ਖਬਰ ਜਿਹੜੀ ਗਾਂ ਵੇਖਦੇ ਰਹਾਂਗੇ ਜੋ ਕੁਝ ਵੀ ਹੁੰਦਾ। ਲੇਕਿਨ ਇੱਥੋਂ ਇੱਕ ਗੱਲ ਤਾਂ ਪਤਾ ਲੱਗ ਗਈ ਵੀ ਹੁਣ ਜਿਹੜਾ ਬੰਦਾ ਵੀ ਅਗਲੀ ਵਾਰੀ ਅਮਰੀਕਾ ਜਾਏਗਾ ਉਹ ਜਾਂ ਤਾਂ ਆਪਣੀ ਰੋਟੀ ਨਾਲ ਬੰਨ੍ਹ ਕੇ ਲੈ ਕੇ ਜਾਏਗਾ, ਕਿਉਂਕਿ ਸਦਰ ਟਰੰਪ ਕੱਢ ਦਿੰਦਾ ਔਰ ਰੋਟੀ ਵੀ ਨਹੀਂ ਖਾਣ ਦਿੰਦਾ। ਅਤੇ ਦੂਜੀ ਗੱਲ ਹੈ ਵੀ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਕਿ ਭਾਈ ਇੱਥੇ ਕੀ ਬਣ ਜਾਣਾ। ਔਰ ਅੱਜ ਹਾਥਾਪਾਈ ਨਹੀਂ ਹੋਈ, ਮੂੰਹ ਜ਼ਬਾਨੀ ਗੱਲਬਾਤ ਹੋਈ ਹੈ। ਲੇਕਿਨ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਵੀ ਸਦਰ ਟਰੰਪ ਜਿਹੜਾ ਲੰਗੋਟ ਪਾ ਕੇ ਆਵੇ ਅਤੇ ਉੱਥੇ ਓਵਲ ਆਫਿਸ ਦੇ ਵਿੱਚ ਜਿਹੜਾ ਕੋਈ ਰੈਸਲਿੰਗ ਵਗੈਰਾ ਵੀ ਜਿਹੜੀ ਹੈ ਉਹ ਸ਼ੁਰੂ ਕਰ ਦੇ। ਬਹਰਹਾਲ ਇਹ ਕੰਮ ਤਾਂ ਜਿਹੜਾ ਹੈ ਸੀ। ਹੁਣ ਅੱਗੋਂ ਜਿਹੜਾ ਇਕੋਨਮਿਸਟ ਜਰੀਦਾ ਉਹਨੇ ਪਾਕਿਸਤਾਨ ਦਾ ਸ਼ੁਮਾਰ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੇ 10 ਬਦਤਰੀਨ ਮੁਲਕ ਨੇ ਜਿੱਥੇ ਜਮਹੂਰੀਅਤ ਨਹੀਂ ਆਮਰੀਅਤ ਹੈ, ਉਹਨਾਂ ਦੇ ਵਿੱਚ ਸਾਡਾ ਸ਼ੁਮਾਰ ਜਿਹੜਾ ਕਰ ਦਿੱਤਾ। ਉਹਨਾਂ ਕਿਹਾ ਹੁਣ ਇਹ ਅਥੋਰਿਟੇਰੀਅਨ ਕੰਟਰੀ ਹੈ, ਇੱਥੇ ਜਮਹੂਰੀਅਤ ਕੋਈ ਨਹੀਂ। ਜ਼ਾਹਿਰ ਹੈ ਇਹਦਾ ਪੂਰੇ ਦਾ ਪੂਰਾ ਸਿਲਾ, ਇਹਦਾ ਪੂਰੇ ਦਾ ਪੂਰਾ ਜਿਹੜਾ ਮੈਂ ਕਹਾਂਗਾ ਇਹਦਾ ਪੂਰੇ ਦਾ ਪੂਰਾ ਇਨਾਮ ਜਿਹੜਾ ਕ੍ਰੈਡਿਟ ਜਿਹੜਾ ਉਹ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਜਾਂਦਾ, ਕਿਸੇ ਹੋਰ ਨੂੰ ਤਾਂ ਨਹੀਂ ਜਾ ਸਕਦਾ। ਉਹਨਾਂ ਦਿਨ ਰਾਤ ਇੰਨੀ ਕੋਸ਼ਿਸ਼ ਕੀਤੀ ਹੈ ਔਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਇੱਥੋਂ ਤੱਕ ਅਪੜੇ ਨੇ ਕਿ ਹੁਣ ਉਹਨਾਂ ਨੇ ਆਪਣੇ ਆਪ ਨੂੰ ਐਂਟੀ ਜਮਹੂਰੀਅਤ ਜਿਹੜਾ ਮੁਲਕ ਜਿਹੜਾ ਉਹ ਕਲਾਸੀਫਾਈ ਕਰ ਲਿਆ। ਬਸ ਤਰੱਕੀ ਸਾਡੀ ਠੀਕ ਹੋ ਰਹੀ ਹੈ, ਘੱਟ ਨਹੀਂ ਹੋ ਰਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਿਹੜੀ ਨਵੀਂ ਟੀਮ ਚੂਜ਼ ਕੀਤੀ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਉਹਦੇ 'ਤੇ ਫੱਡਾ ਪੈ ਗਿਆ। ਉਹ ਨਵੀਂ ਟੀਮ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਹੁਣ ਪਰਵੇਜ਼ ਖਟਕ ਸਾਹਿਬ ਨੂੰ ਵੀ ਲੈ ਲਿਆ KP ਦੇ ਵਿੱਚ। ਪਹਿਲਾਂ ਇਹਨਾਂ ਨੂੰ ਚੋਰ ਆਂਦੇ ਸਨ, ਇਹਨਾਂ ਨੂੰ ਆਂਦੇ ਸਨ ਕਿ ਇਹ ਜਨਾਬ ਇਹਨਾਂ ਨੇ ਬਿਲੀਅਨ ਟਰੀ ਸੁਨਾਮੀ ਚੋਰੀ ਕੀਤੀ ਹੈ। ਚੇਤੇ ਕਰੋ ਇੱਕ ਇਹਨਾਂ ਨੂੰ ਆਖਦੇ ਸਨ ਕਿ ਇਹਨਾਂ ਨੇ ਜਨਾਬ ਉੱਥੇ ਇੱਕ ਰੈਸਟ ਹਾਊਸ ਜਾਂ ਕੋਈ ਰਿਜ਼ੋਰਟ ਬਣਾਉਣ ਲੱਗੇ ਸਨ, ਉੱਥੇ ਇਹਨਾਂ ਨੇ ਕਰਪਸ਼ਨ ਕੀਤੀ ਸੀ। PTI ਦੀ ਗਵਰਨਮੈਂਟ ਦੇ ਦੌਰਾਨ ਦੀ ਗੱਲ ਹੈ। ਇਸੇ ਹੀ ਪਰਵੇਜ਼ ਖਟਕ ਸਾਹਿਬ ਨੂੰ ਕਰਪਟ ਕਿਹਾ ਜਾਂਦਾ ਸੀ ਅਤੇ ਅੱਜ ਉਹਨਾਂ ਨੂੰ ਆਪਣੀ ਕਬੀਨਾ 'ਚ ਲੈ ਲਿਆ ਗਿਆ। ਓਨ ਚੌਧਰੀ ਸਾਹਿਬ ਨੂੰ ਵੀ ਕਿਹਾ ਜਾਂਦਾ ਸੀ ਵੀ ਇਹ ਸਮਗਲਰ ਹੈ, ਮਨਸ਼ੀਆਤ ਦਾ ਕਾਰੋਬਾਰ ਕਰਦਾ ਹੈ, ਮਨਸ਼ੀਆਤ ਵੇਚਦਾ ਹੈ, ਇਹ ਆਖਿਆ ਜਾਂਦਾ ਸੀ। ਅੱਜ ਉਹਨਾਂ ਨੂੰ ਵੀ ਜਿਹੜਾ ਆਪਣੀ ਕਬੀਨਾ 'ਚ ਲੈ ਲਿਆ। ਰਾਣਾ ਸਨਾਉੱਲਾ ਕੋਲੋਂ ਇਹ ਸਵਾਲ ਪੁੱਛਿਆ ਵੀ ਜਨਾਬ ਤੁਸੀਂ ਤਾਂ ਓਨ ਚੌਧਰੀ ਨੂੰ ਵੀ ਆਖਦੇ ਸੋ ਅਤੇ ਤੁਸੀਂ ਇਹਨੂੰ ਹੀ ਆਖਦੇ ਸੋ ਆਪਣਾ ਜਿਹੜੇ ਪਰਵੇਜ਼ ਖਟਕ ਸਾਹਿਬ ਨੇ, ਅਤੇ ਹੁਣ ਕੀ ਬਣਿਆ? ਉਹਨਾਂ ਕਿਹਾ ਵੀ ਇਹ ਕਿਹੜਾ ਸਾਬਤ ਹੋਏ ਨੇ, ਉਹ ਤਾਂ ਇਲਜ਼ਾਮ ਹੀ ਸਨ, 5-6 ਸਾਲ ਪੁਰਾਣੇ ਇਲਜ਼ਾਮ ਸਨ, ਕਿਹੜਾ ਕੁਝ ਸਾਬਤ ਹੋਇਆ। ਅਤੇ ਮਾਮਲਾ ਜਿਹੜਾ ਹੈ ਕਿ ਜਦੋਂ ਤੱਕ ਸਾਬਤ ਨਹੀਂ ਹੋਇਆ ਤਾਂ ਫਿਰ ਉਹਨਾਂ ਨੂੰ ਕੀ ਕਿਹਾ ਜਾ ਸਕਦਾ। ਉਹੀ ਗੱਲ ਰੁੱਖ ਉੱਗਣ ਵਾਲੀ ਗੱਲ ਹੈ, ਹੋਰ ਤਾਂ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਕਿ ਕਬੀਨਾ ਦਾ ਸਾਈਜ਼ 51 ਹੋ ਗਿਆ, ਫੈਡਰਲ ਮਿਨਿਸਟਰ 30,
ਮਿਨਿਸਟਰ ਆਫ ਸਟੇਟ 9, ਸਪੈਸ਼ਲ ਅਸਿਸਟੈਂਟ 8, ਐਡਵਾਈਜ਼ਰ 4 ਤੇ ਵਫਾਕੀ ਕਬੀਨਾ ਟੋਟਲ ਹੋ ਗਈ ਜੇ 51। ਹਜੇ ਇਤਿਹਾਦੀ ਜਮਾਤ ਜਿਹੜੀ ਹੈ ਪੀਪਲਸ ਪਾਰਟੀ, ਉਹਦਾ ਕੋਈ ਬੰਦਾ ਇਹਦੇ ਵਿੱਚ ਸ਼ਾਮਿਲ ਨਹੀਂ। ਅੱਗੋਂ ਤੁਸੀਂ ਆਪ ਹੀ ਵੇਖ ਲਓ। ਤੇ ਲਾਹੌਰ ਹਾਈ ਕੋਰਟ ਦੇ ਵਿੱਚ ਮੁਹੰਮਦ ਆਸਿਫ ਨਾਮੀ ਮੁੰਡਾ, ਜਿਹਨੂੰ ਇਨਸਾਫ ਨਹੀਂ ਮਿਲਿਆ, 9 ਸਾਲ ਆਪਣੇ ਮੁਕੱਦਮੇ ਵਾਸਤੇ ਦਰ ਦਰ ਭਟਕਦਾ ਰਿਹਾ। ਜਸਟਿਸ ਸ਼ਜਾਹ ਦੀ ਅਦਾਲਤ ਦੇ ਵਿੱਚ ਉਹਨੂੰ ਇਨਸਾਫ ਨਾ ਮਿਲਿਆ ਤਾਂ ਉਹਨੇ ਆਪਣੇ ਉੱਤੇ ਤੇਲ ਪਾ ਕੇ ਤੇ ਆਪਣੇ ਆਪ ਨੂੰ ਅੱਗ ਲਾ ਲਈ। ਉੱਥੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਹਸਪਤਾਲ ਲੈ ਕੇ ਗਏ ਤੇ ਉੱਥੇ ਉਹ ਅੱਲਾ ਨੂੰ ਪਿਆਰਾ ਹੋ ਗਿਆ। ਦੂਜੇ ਪਾਸੇ ਸਲਮਾਨ ਨਾਮੀ ਮੁੰਡਾ ਲਾਹੌਰ ਦੇ ਵਿੱਚ, ਉਹਨੇ ਵੀ ਆਪਣੇ ਗਲ ਨੂੰ ਰੱਸੀ ਪਾਈ, ਕੱਪੜਾ ਪਾਇਆ, ਪੱਖੇ ਨਾਲ ਲਟਕ ਕੇ ਉਹਨੇ ਵੀ ਆਪਣੀ ਜਾਨ ਲੈ ਲਈ। ਇਹ ਜਨਾਬੇ ਵਾਲਾ ਤੁਹਾਡੇ ਸਾਹਮਣੇ ਦੂਜੇ ਪਾਸਿਓਂ ਖਬਰਾਂ ਨੇ। ਤੇ ਇਹ ਜਿਹੜੇ 51 ਨੇ, ਇਹਨਾਂ ਨੂੰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਰੋਟੀ ਪਾਣੀ ਤੁਹਾਡੇ ਪੈਸਿਆਂ ਨਾਲ, ਤੁਹਾਡੇ ਟੈਕਸ ਦੇ ਪੈਸਿਆਂ 'ਚੋਂ ਇਹਨਾਂ ਨੂੰ ਰੋਟੀ ਪਾਣੀ ਖਾਬੇ ਖਵਾਏ ਨੇ ਵਜ਼ੀਰ ਆਜ਼ਮ ਹਾਊਸ ਦੇ ਵਿੱਚ। ਇਹਨਾਂ ਨੂੰ ਆਖਿਆ ਵੀ ਤੁਸੀਂ ਮੌਜਾਂ ਕਰੋ। ਤੇ ਇੱਕ ਪਾਸੇ ਤੁਸੀਂ ਵੇਖ ਲਓ ਕਿ ਇਹ 32 ਸਾਲ ਦਾ ਬੇਰੁਜ਼ਗਾਰ ਜਿਹੜਾ ਗੁਜਰਪੁਰੇ ਦਾ ਸੀ ਸਲਮਾਨ, ਉਹਦੀ ਖਬਰ ਵੇਖ ਲਓ, ਜਾਂ ਆਸਿਫ ਦੀ ਖਬਰ ਵੇਖ ਲਓ ਖਾਨੇਵਾਲ ਤੋਂ, ਜਿਹੜੀ ਤੁਹਾਨੂੰ ਦੱਸੀ ਹੈ ਹਾਈ ਕੋਰਟ ਦੀ। ਤੇ ਦੂਜੇ ਪਾਸੇ ਮਾਮਲਾਤ ਕਿਸ ਪਾਸੇ ਨੂੰ ਜਾ ਰਹੇ ਨੇ ਉਹ ਵੀ ਤੁਹਾਨੂੰ ਅਸੀਂ ਦੱਸੇ ਨੇ ਕਿ ਇਹ ਕਿਸ ਤਰੀਕੇ ਨਾਲ ਜਿਹੜਾ ਉਹ ਪੂਰਾ ਪੂਰਾ ਇਹਨਾਂ ਨੇ ਉੱਥੇ ਇੱਕ ਲੁੱਟ ਮਚਾਈ ਹੋਈ ਹੈ। ਹੋਰ ਤਾਂ ਮੈਂ ਕੋਈ ਗੱਲ ਨਹੀਂ ਕਰ ਸਕਦਾ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।